ਅਕਬਰ ਬਾਦਸ਼ਾਹ ਦੇ ਸਮੇਂ ਗੋਇੰਦਵਾਲ ਦਿੱਲੀ ਤੇ ਲਾਹੌਰ ਦੇ ਰਾਹ ਵਿੱਚ ਬਿਆਸਾ ਦਾ ਇੱਕ ਪੱਤਣ ਹੋਣ ਕਰਕੇ ਬੜਾ ਤਜ਼ਾਰਤੀ ਨਗਰ ਸੀ। ਸ਼ਾਹੀ ਸੈਨਾ ਦੇ ਠਹਿਰਨ ਵਾਸਤੇ ਬੜੀਆਂ ਵੱਡੀਆਂ ਵੱਡੀਆਂ ਸਰਾਵਾਂ ਬਣੀਆਂ ਹੋਈਆਂ ਸਨ, ਜਿੱਥੇ ਆਵਾਜਾਈ ਦੇ ਕਾਰਨ ਸਦਾ ਹੀ ਰੌਣਕਾਂ ਤੇ ਮੇਲੇ ਲੱਗੇ ਰਹਿੰਦੇ ਸਨ। ਇਹਨਾਂ ਰੌਣਕਾਂ ਨੂੰ ਵੇਖ ਕੇ ਸ਼ੇਖਾਂ ਨੇ, ਜੋ ਇੱਕ ਤਜ਼ਾਰਤ ਪੇਸ਼ਾ ਕੌਮ ਹੈ, ਇੱਥੇ ਘਰ ਬਣਾ ਲਏ ਸਨ। ਇਹਨਾਂ ਦੇ ਮੁੰਡੇ ਗੁਰੂ ਘਰ ਦੀ ਸ਼ੋਭਾ ਨੂੰ ਵੇਖ ਕੇ ਈਰਖਾ ਦੇ ਮਾਰੇ ਸਿੱਖ ਸੰਗਤਾਂ ਨਾਲ ਨੋਕ ਝੋਕ ਲਾਈ ਰੱਖਦੇ ਸਨ। ਪਾਣੀ ਦੇ ਘੜੇ ਸਿੱਖਾਂ ਦੇ ਸਿਰਾਂ ਉੱਤੋਂ ਗਲੇਲੇ ਮਾਰ ਕੇ ਭੰਨ ਦਿੰਦੇ ਸਨ ਤੇ ਮੂੰਹ ਤੋਂ ਵੱਧ ਘੱਟ ਬੋਲਦੇ ਰਹਿੰਦੇ ਸਨ। ਜਦ ਸਿੱਖਾਂ ਨੇ ਗੁਰੂ ਜੀ ਨੂੰ ਇਹ ਗੱਲ ਦੱਸੀ ਤਾਂ ਆਪ ਜੀ ਨੇ ਕਿਹਾ, ਤੁਸੀਂ ਪਾਣੀ ਮਸ਼ਕਾਂ ਵਿੱਚ ਲੈ ਆਇਆ ਕਰੋ। ਜਦ ਸਿੱਖ ਮਸ਼ਕਾਂ ਵਿੱਚ ਪਾਣੀ ਲਿਆਉਣ ਲੱਗ ਪਏ ਤਾਂ ਸ਼ੇਖਾਂ ਦੇ ਮੁੰਡੇ ਤੀਰ ਮਾਰ ਕੇ ਮਸ਼ਕਾਂ ਨੂੰ ਪਾੜਨ ਲੱਗ ਪਏ। ਫਿਰ ਜਦ ਸਿੱਖਾਂ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸਿਆ ਕਿ ਉਹ ਮੁੰਡੇ ਸਾਡੀਆਂ ਮਸ਼ਕਾਂ ਨੂੰ ਤੀਰਾਂ ਨਾਲ ਪਾੜ ਦਿੰਦੇ ਹਨ, ਤਾਂ ਗੁਰੂ ਜੀ ਨੇ ਕਿਹਾ, ਤੁਸੀਂ ਪਾਣੀ ਭਰਨ ਵਾਸਤੇ ਗਾਗਰਾਂ ਲਾ ਲਵੋ। ਜਦ ਸਿੱਖਾਂ ਨੇ ਗਾਗਰਾਂ ਲਾ ਲਈਆਂ ਤਾਂ ਮੁੰਡੇ ਗਾਗਰਾਂ ਨੂੰ ਇੱਟਾਂ ਮਾਰ ਕੇ ਭੰਨਣ ਲੱਗ ਪਏ। ਜਦ ਫਿਰ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ, ਉਹ ਸ਼ਰਾਰਤੀ ਮੁੰਡੇ ਸਾਡੀਆਂ ਗਾਗਰਾਂ ਵੀ ਤੋੜ ਦਿੰਦੇ ਹਨ, ਤਾਂ ਗੁਰੂ ਜੀ ਸੁਣ ਕੇ ਚੁੱਪ ਕਰ ਰਹੇ। ਇੱਕ ਵਾਰ ਉੱਥੇ ਸੰਨਿਆਸੀਆਂ ਦਾ ਡੇਰਾ ਉਤਰਿਆ। ਜਦ ਉਹ ਖੂਹ ਤੋਂ ਪਾਣੀ ਲੈਣ ਗਏ, ਸ਼ੇਖਾਂ ਦੇ ਮੁੰਡਿਆਂ ਨੇ ਉਹਨਾਂ ਦੇ ਘੜੇ ਵੀ ਭੰਨ ਦਿੱਤੇ। ਸੰਨਿਆਸੀਆਂ ਨੇ ਇਸ ਗੱਲ ਦਾ ਗੁੱਸਾ ਕੀਤਾ, ਬੁਰਾ ਭਲਾ ਕਿਹਾ, ਜਿਸ ਕਰਕੇ ਲੜਾਈ ਹੋ ਪਈ ਤੇ ਸਾਧਾਂ ਨੇ ਸ਼ੇਖਾਂ ਦੇ ਮੁੰਡਿਆਂ ਨੂੰ ਚੰਗੀ ਮਾਰ ਕੁਟਾਈ ਕੀਤੀ। ਉਸ ਦਿਨ ਹੀ ਪਠਾਨ ਫੌਜੀਆਂ ਦਾ ਲਸ਼ਕਰ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਹੋਇਆ ਉੱਥੇ ਆ ਠਹਿਰਿਆ। ਰਾਤ ਨੂੰ ਬਹੁਤ ਹਨੇਰੀ ਚੱਲ ਪਈ ਅਤੇ ਹਫੜਾ ਦਫੜੀ ਪੈਣ ਕਰਕੇ ਪਠਾਨ ਫੌਜੀਆਂ ਦੀ ਇੱਕ ਖੱਚਰ, ਜਿਸ ਉੱਤੇ ਕੁਝ ਕੀਮਤੀ ਸਵਾਨ ਅਥਵਾ ਧਨ ਦੀ ਛੱਟ ਲੱਦੀ ਹੋਈ ਸੀ, ਉਹ ਸ਼ੇਖਾਂ ਨੇ ਫੜ ਕੇ ਆਪਣੇ ਘਰ ਅੰਦਰ ਬੰਨ੍ਹ ਲਈ। ਜਦ ਸਵੇਰੇ ਪਠਾਨਾਂ ਨੇ ਵੇਖਿਆ ਕਿ ਉਹਨਾਂ ਦੀ ਇੱਕ ਖੱਚਰ ਗੁੰਮ ਹੈ, ਤਾਂ ਉਹਨਾਂ ਨੇ ਉਸ ਦੀ ਭਾਲ ਕਰਕੇ ਪਠਾਨਾਂ ਦੇ ਘਰੋਂ ਜਾ ਫੜਿਆ। ਪਠਾਨਾਂ ਨੇ ਖੱਚਰ ਦੀ ਚੋਰੀ ਦੇ ਇਲਜ਼ਾਮ ਵਿੱਚ ਘਰ ਵਾਲੇ ਸ਼ੇਖਾਂ ਨੂੰ ਬਹੁਤ ਮਾਰਿਆ ਅਤੇ ਘਰ-ਬਾਰ ਜ਼ਬਤ ਕਰਕੇ ਲਾਹੌਰ ਲੈ ਗਏ। ਜਦ ਇਹ ਸਾਰੀ ਵਾਰਤਾ ਸਿੱਖਾਂ ਨੇ ਗੁਰੂ ਜੀ ਨੂੰ ਦੱਸੀ ਤਾਂ ਇੱਕ ਸਾਧੂ ਜੋ ਗੁਰੂ ਜੀ ਪਾਸ ਬੈਠਾ ਸੀ ਨੇ ਕਿਹਾ ਕਿ ਠੀਕ ਹੈ, ਜਿਹੜਾ ਨਿਰਵੈਰ ਪੁਰਸ਼ ਨਾਲ ਵੈਰ ਕਮਾਉਂਦਾ ਹੈ ਉਹ ਆਪੇ ਹੀ ਦੁੱਖ ਪਾਉਂਦਾ ਹੈ, ਜੈਸਾ ਕਰੇ ਸੋ ਤੈਸਾ ਪਾਵੇ। ਇੱਕ ਲਾਲੂ ਬੁੱਧੀਵਾਨ, ਦੂਜਾ ਦੁਰਗਾ ਤੇ ਤੀਜਾ ਜੀਵੰਦਾ ਮਿਲ ਕਰਕੇ ਗੁਰੂ ਜੀ ਪਾਸ ਆਏ। ਯਥਾ ਸ਼ਕਤ ਭੇਟਾ ਰੱਖ ਕੇ ਮੱਥਾ ਟੇਕਿਆ ਤੇ ਸੇਵਾ ਵਿੱਚ ਲੱਗ ਗਏ। ਇੱਕ ਦਿਨ ਗੁਰੂ ਜੀ ਦੇ ਪਾਸ ਬੈਠ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਸਾਨੂੰ ਉਪਦੇਸ਼ ਦਿਓ ਜਿਸ ਨਾਲ ਸਾਡਾ ਉਦਾਰ ਹੋ ਜਾਵੇ। ਗੁਰੂ ਜੀ ਨੇ ਕਿਹਾ, ਪਰਉਪਕਾਰ ਵਰਗਾ ਹੋਰ ਕੋਈ ਨੇਕ ਕੰਮ ਨਹੀਂ ਹੈ। ਜਿਹੜਾ ਇਸ ਨੂੰ ਸਦਾ ਕਰਦਾ ਹੈ ਉਸ ਨੂੰ ਸੁਖ ਅਸਥਾਨ ਪ੍ਰਾਪਤ ਹੁੰਦਾ ਹੈ। ਪਰਉਪਕਾਰ 3 ਪ੍ਰਕਾਰ ਦਾ ਹੈ। ਧਨ ਨਾਲ ਗਰੀਬਾਂ ਦੀ, ਅੰਨ ਬਸਤਰ ਨਾਲ ਮਦਦ ਕਰਨੀ, ਬਚਨਾ ਕਰਕੇ ਕਿਸੇ ਦਾ ਮਨ ਨਾ ਦੁਖਾਵੇ, ਸਦਾ ਮਿੱਠੇ ਬਚਨ ਬੋਲ ਕੇ ਉਸ ਦਾ ਵਿਗੜਿਆ ਹੋਇਆ ਕੰਮ ਸਵਾਰ ਦੇਣਾ, ਮਨ ਕਰਕੇ ਕਿਸੇ ਦਾ ਬੁਰਾ ਨਾ ਚਿਤਵਣਾ। ਸਦਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਤੇ ਸਵਾਸ ਸਵਾਸ ਸਤਨਾਮ ਦਾ ਸਿਮਰਨ ਕਰਨਾ। ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨ ਕਰਕੇ ਤਿੰਨਾਂ ਸਿੱਖਾਂ ਨੇ ਹੀ ਸ਼ੁਭ ਗਤੀ ਪ੍ਰਾਪਤ ਕੀਤੀ। ਇੱਕ ਦਿਨ ਭਾਈ ਜੱਗਾ ਗੁਰੂ ਜੀ ਦੇ ਪਾਸ ਆਇਆ। ਦਰਸ਼ਨ ਕਰਕੇ ਮੱਥਾ ਟੇਕਿਆ ਤੇ ਗੁਰੂ ਕੇ ਸਿੱਖਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਉਪਰੰਤ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਆਪਣੀ ਕਲਿਆਣ ਚਾਹੁੰਦਾ ਹਾਂ। ਮੈਨੂੰ ਇੱਕ ਦਿਨ ਇੱਕ ਜੋਗੀ ਮਿਲਿਆ ਸੀ। ਮੈਂ ਜਦ ਉਸ ਨੂੰ ਇਹ ਗੱਲ ਆਪਣੇ ਕਲਿਆਣ ਦੀ ਦੱਸੀ ਤਾਂ ਉਸਨੇ ਕਿਹਾ ਕਿ ਘਰ-ਬਾਰ, ਇਸਤਰੀ ਪੁੱਤਰ ਸਭ ਬੰਧਨ ਹਨ, ਇਹਨਾਂ ਨੂੰ ਤਿਆਗ ਕੇ ਫਿਰ ਮੇਰੇ ਪਾਸ ਆਣ ਕੇ ਉਪਦੇਸ਼ ਲੈਣਾ। ਸੋ ਆਪ ਜੀ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮੁਕਤੀ ਕਿਸ ਤਰ੍ਹਾਂ ਹੋਵੇ ਜਿਸ ਨਾਲ ਮਨ ਨਿਰਮਲ ਹੋ ਜਾਵੇ। ਉਸ ਦੀ ਸ਼ਰਧਾ ਵੇਖ ਕੇ ਗੁਰੂ ਜੀ ਨੇ ਕਿਹਾ, ਜੇ ਘਰ-ਬਾਰ ਤਿਆਗਣ ਨਾਲ ਹੀ ਪ੍ਰਮਾਤਮਾ ਮਿਲ ਜਾਂਦਾ ਹੋਵੇ ਤਾਂ ਫਿਰ ਸਾਧੂ ਸ਼ਹਿਰਾਂ ਵਿੱਚ ਆਣ ਕੇ ਘਰ ਘਰ ਕਿਉਂ ਪਏ ਫਿਰਨ। ਗੁਰਮੁਖ ਗ੍ਰਹਿਸਥ ਵਿੱਚ ਹੀ ਭਗਤੀ ਕਰਕੇ ਆਪਣਾ ਜਨਮ ਮਰਨ ਕੱਟ ਕੇ ਮੁਕਤੀ ਪਾ ਲੈਂਦੇ ਹਨ। ਗ੍ਰਹਿਸਥ ਧਰਮ ਸਭ ਤੋਂ ਚੰਗਾ ਹੈ, ਜਿਸ ਵਿੱਚ ਗ੍ਰਹਿਸਥੀ ਨੇਕ ਕਮਾਈ ਕਰਕੇ ਆਪ ਖਾਂਦਾ ਹੈ ਤੇ ਸਾਧੂ ਸੰਤਾਂ ਦੀ ਸੇਵਾ ਕਰਦਾ ਹੈ। ਸਾਧੂ ਜੋ ਮੰਗ ਕੇ ਗ੍ਰਹਿਸਥੀਆਂ ਪਾਸੋਂ ਖਾਂਦਾ ਹੈ, ਉਹ ਆਪਣੀ ਜਪ ਤਪ ਦੀ ਕਮਾਈ ਵਿੱਚ ਘਾਟਾ ਪਾ ਲੈਂਦਾ ਹੈ ਅਤੇ ਜੋ ਗ੍ਰਹਿਸਥੀ ਉਸ ਦੀ ਸੇਵਾ ਕਰਦਾ ਹੈ ਉਹ ਉਸ ਦੀ ਕਮਾਈ ਲੈ ਲੈਂਦਾ ਹੈ। ਗ੍ਰਹਿਸਥੀ ਆਪਣਾ ਪੁੰਨ ਕਿਸੇ ਨੂੰ ਨਹੀਂ ਦਿੰਦਾ, ਸਗੋਂ ਸੇਵਾ ਕਰਕੇ ਹੋਰਨਾਂ ਦੇ ਪੁੰਨ ਲੈ ਲੈਂਦਾ ਹੈ। ਜੱਗਾ, ਸਰੀਰ ਨਾਲ ਕਿਰਤ ਤੇ ਸੰਤ ਸੇਵਾ ਕਰ, ਮਨ ਨਾਲ ਹਰੀ ਦੀ ਭਗਤੀ ਕਰ, ਜਿਸ ਨਾਲ ਸ਼ੀਘਰ ਹੀ ਕਲਿਆਣ ਪ੍ਰਾਪਤ ਕਰ ਲਵੇਂਗਾ। ਭਾਈ ਜੱਗਾ ਗੁਰੂ ਜੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰ ਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਕੇ ਵੱਡੇ ਭਾਗ ਵਾਲਾ ਹੋ ਗਿਆ। ਭਾਈ ਖਾਨੂ, ਮਈਆ ਤੇ ਗੋਬਿੰਦ ਤਿੰਨੇ ਗੁਰੂ ਜੀ ਪਾਸ ਆਏ।
ਅਤੇ ਬੇਨਤੀ ਕੀਤੀ ਕਿ ਸਾਨੂੰ ਭਗਤੀ ਦਾ ਉਪਦੇਸ਼ ਦਿਓ ਜਿਸ ਦੁਆਰਾ ਸਾਡੀ ਕਲਿਆਣ ਹੋ ਜਾਵੇ। ਗੁਰੂ ਜੀ ਨੇ ਕਿਹਾ, ਭਾਈ 3 ਪ੍ਰਕਾਰ ਦੀ ਭਗਤੀ ਹੈ, ਨਵਦਾ, ਪ੍ਰੇਮਾ ਤੇ ਪਰਾ ਭਗਤੀ। ਇਹਨਾਂ ਤਿੰਨਾਂ ਦੇ ਭੇਦ ਸੁਣ ਕੇ ਹਿਰਦੇ ਵਿੱਚ ਵਸਾਓ, ਤੁਹਾਡੀ ਕਲਿਆਣ ਹੋ ਜਾਏਗੀ। ਨਵਦਾ ਭਗਤੀ, ਗੁਰੂ ਜੀ ਦੇ ਬਚਨ ਸ਼ਰਧਾ ਨਾਲ ਸੁਣ ਕੇ ਹਿਰਦੇ ਵਿੱਚ ਵਸਾਉਣੇ, ਕਥਾ ਕੀਰਤਨ ਦੁਆਰਾ ਪਰਮਾਤਮਾ ਦੇ ਗੁਣ ਗਾਉਣੇ, ਸਤਨਾਮ ਦਾ ਸਵਾਸ ਸਵਾਸ ਸਿਮਰਨ ਕਰਨਾ, ਪਰਮਾਤਮਾ ਤਥਾ ਗੁਰੂ ਦੇ ਚਰਨਾਂ ਦਾ ਧਿਆਨ ਧਰਨਾ ਅਥਵਾ ਸੰਤਾਂ ਦੇ ਚਰਨ ਸ਼ਰਧਾ ਨਾਲ ਧੋ ਕੇ ਚਰਨਾਮਿਤ ਲੈਣਾ, ਪਵਿੱਤਰ ਭੋਜਨ ਕਰਨਾ ਤੇ ਪਹਿਲਾਂ ਗੁਰੂ ਨਮਿਤ ਦੇਣਾ ਤੇ ਯਥਾ ਸ਼ਕਤ ਸੰਤਾਂ ਨੂੰ ਭੋਜਨ ਤੇ ਵਸਤਰ ਦੇਣੇ, ਗੁਰੂ ਦੇ ਗੁਰਦੁਆਰੇ ਜਾ ਕੇ ਨਮਸਕਾਰ ਕਰਨੀ ਅਤੇ ਪ੍ਰਦਕਸ਼ਣਾ ਕਰਨਾ, ਧੂਪ ਦੀਪ ਤੇ ਚੰਦਨ ਚੜਾਉਣਾ ਅਤੇ ਫੁੱਲ ਮਾਲਾ ਚੜਾਉਣਾ, ਪਰਮੇਸ਼ਰ ਨੂੰ ਮਾਲਕ ਤੇ ਆਪ ਨੂੰ ਸੇਵਕ ਜਾਣਨਾ, ਪਰਮਾਤਮਾ ਨੂੰ ਆਪਣਾ ਮਿੱਤਰ ਜਾਣਨਾ, ਆਪਣੇ ਮਨ ਨੂੰ ਅਡੋਲ ਰੱਖਣਾ, ਜੋ ਪ੍ਰਭੂ ਕਰੇ ਉਸ ਨੂੰ ਚੰਗਾ ਕਰਕੇ ਮੰਨਣਾ, ਤਨ ਧਨ ਪ੍ਰਭੂ ਦੇ ਅਰਪਣ ਕਰ ਦੇਣਾ, ਪਦਾਰਥਾਂ ਦੀ ਮਮਤਾ ਛੱਡ ਦੇਣੀ, ਆਪਣਾ ਕੁਝ ਨਾ ਜਾਣਨਾ। ਇਸ ਨੌਦਾ ਭਗਤੀ ਦਾ ਇੱਕ ਗੁਣ ਵੀ ਧਾਰਨ ਕਰ ਲੈਣ ਨਾਲ ਪੁਰਸ਼ ਦਾ ਉਦਾਰ ਹੋ ਜਾਂਦਾ ਹੈ, ਪਰ ਜੇ 9 ਪ੍ਰਕਾਰ ਦੀ ਹੀ ਭਗਤੀ ਕਰ ਲਵੇ ਤਾਂ ਨਿਰਸੰਸ਼ੇ ਹੀ ਕਲਿਆਣ ਹੋ ਜਾਂਦੀ ਹੈ। ਪ੍ਰੇਮਾ ਭਗਤੀ ਦੇ ਲੱਛਣ। ਜਿਸ ਤਰ੍ਹਾਂ ਬ੍ਰਿਛ ਦਾ ਫਲ ਪਹਿਲਾਂ ਸਾਵਾ ਹੁੰਦਾ ਹੈ, ਉਸ ਦਾ ਸਵਾਦ ਕੌੜਾ ਹੁੰਦਾ ਹੈ, ਫਿਰ ਇਹੀ ਫਲ ਖੱਟਾ ਹੋ ਜਾਂਦਾ ਹੈ, ਫਿਰ ਬ੍ਰਿਛ ਤੋਂ ਰਸ ਲੈ ਲੈ ਕੇ ਲਾਲ ਹੋ ਜਾਂਦਾ ਹੈ ਤੇ ਮਿੱਠਾ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਪ੍ਰੇਮਾ ਭਗਤੀ ਵੱਲ ਪੁਰਸ਼ ਦਾ ਪਹਿਲਾ ਰੋਣ ਨੂੰ ਜੀ ਕਰਦਾ ਹੈ, ਉਸ ਨੂੰ ਆਪਣੇ ਪ੍ਰਭੂ ਪ੍ਰੀਤਮ ਦੇ ਦਰਸ਼ਨ ਦੀ ਖਿੱਚ ਪੈਂਦੀ ਹੈ। ਉਹ ਇਹ ਸਮਝ ਕੇ ਕਿ ਪ੍ਰਭੂ ਮਿੱਤਰ ਨਾਲੋਂ ਵਿਛੜ ਕੇ ਦੁੱਖ ਪਾ ਰਿਹਾ ਹਾਂ, ਪਛਤਾਉਂਦਾ ਤੇ ਲੰਮੇ ਸਾਹ ਲੈਂਦਾ ਹੈ। ਰੋਮ ਰੋਮ ਖੜੇ ਹੋ ਜਾਂਦੇ ਹਨ ਤੇ ਬਾਣੀ ਗਦ-ਗਦ ਹੋ ਜਾਂਦੀ ਹੈ। ਕਦੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਕਦੇ ਚੁੱਪ ਧਾਰ ਲੈਂਦਾ ਹੈ। ਇਸ ਸਮੇਂ ਇਸ ਦੇ ਮੁਖ ਦਾ ਰੰਗ ਸਾਵਾ ਹੋ ਜਾਂਦਾ ਹੈ, ਆਪਣੇ ਸਰੀਰ ਦੀ ਸੁੱਧ ਭੁੱਲ ਜਾਂਦਾ ਹੈ। ਜਿਉਂ-ਜਿਉਂ ਪ੍ਰੇਮ ਵੱਧਦਾ ਜਾਂਦਾ ਹੈ, ਤਿਉਂ-ਤਿਉਂ ਖਾਣਾ ਥੋੜਾ ਹੁੰਦਾ ਜਾਂਦਾ ਹੈ। ਭੁੱਖ ਤ੍ਰੇਹ ਦੀ ਉਸ ਨੂੰ ਚਿੰਤਾ ਨਹੀਂ ਹੁੰਦੀ, ਰਾਤ ਦਿਨ ਪ੍ਰੇਮ ਵਿੱਚ ਮਸਤ ਰਹਿੰਦਾ ਹੈ। ਵਿਛੋੜੇ ਦੀ ਯਾਦ ਕਰਕੇ ਦੁਖੀ ਤੇ ਅਸ਼ਾਂਤ ਰਹਿੰਦਾ ਹੈ। ਮੂੰਹ ਦਾ ਰੰਗ ਪੀਲਾ ਹੋ ਜਾਂਦਾ ਹੈ। ਜਿਹੜਾ ਪਿਆਰੇ ਦੀ ਗੱਲ ਕਰਦਾ ਹੈ ਉਸ ਦੇ ਪਾਸ ਜਾਂਦਾ ਹੈ। ਜਦ ਸਤਸੰਗ ਵਧੇਰੇ ਹੋ ਜਾਂਦਾ ਹੈ ਤਾਂ ਪੂਰਨ ਪ੍ਰਭੂ ਨੂੰ ਸਭ ਵਿੱਚ ਵੇਖਦਾ ਹੈ। ਤਦ ਮੁਖ ਦਾ ਰੰਗ ਲਾਲ ਹੋ ਜਾਂਦਾ ਹੈ, ਮਨ ਅਡੋਲ ਹੋ ਜਾਂਦਾ ਹੈ, ਸ਼ਾਂਤੀ ਰੂਪ ਮਿਠਾਸ ਆ ਜਾਂਦੀ ਹੈ ਤੇ ਬਿਰਤੀ ਅੰਦਰ ਟਿਕ ਜਾਂਦੀ ਹੈ। ਦ੍ਰਿੜ ਅਭਿਆਸ ਕਰਕੇ ਮਨ ਗਿਆਨਮਈ ਹੋ ਜਾਂਦਾ ਹੈ। ਇਸ ਅਵਸਥਾ ਤੇ ਪੁੱਜ ਕੇ ਪਰਾ ਭਗਤੀ ਉਤਪਤ ਹੋ ਜਾਂਦੀ ਹੈ ਅਤੇ ਸਤ ਚਿੱਤ ਆਨੰਦ ਬ੍ਰਹਮ ਦਾ ਸਰੂਪ ਹੋ ਜਾਂਦਾ ਹੈ। ਜੋ ਪੁਰਸ਼ ਇਸ ਪ੍ਰਕਾਰ ਦੀ ਭਗਤੀ ਕਮਾਉਂਦਾ ਹੈ ਉਹ ਇੱਕ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ। ਇਸ ਵਿਆਖਿਆ ਨੂੰ ਸੁਣ ਖਾਨੂ, ਮਈਆ ਤੇ ਗੋਬਿੰਦ ਤਿੰਨੇ ਹੀ ਆਨੰਦ ਨੂੰ ਪ੍ਰਾਪਤ ਹੋ ਗਏ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ।